20 ਤੋਂ 22 ਦਿਨ ਤੋਂ ਬਾਅਦ ਇਨਸ਼ਾਅੱਲਾ ਤਾਲਾ ਅਲਹਮਦੁਲਿਲਾ ਜਿਹੜਾ ਨਾ ਅਕਤੂਬਰ ਕਾਸ਼ਤ ਆ ਉਹ ਵੀ ਮਾਰਕੀਟ ਦੇ ਵਿੱਚ ਜਿਹੜੀਆਂ ਐਡਵਾਂਸ ਵੈਰਾਈਟੀਆਂ ਨਾ ਇਨਸ਼ਾਅੱਲਾ ਪਹੁੰਚਣਗੀਆਂ। ਇੱਥੇ ਕੋਈ ਇੱਕ ਮੈਂ ਨਾ ਅਹਿਮ ਗੱਲ ਦੱਸਣਾ ਚਾਹੁੰਦਾ ਵਾਂ ਫਾਰਮਰ ਭਾਈ ਨੂੰ ਕਿ ਤੁਸੀਂ ਨਾ ਕੋਸ਼ਿਸ਼ ਇਹ ਕਰਨੀ ਆ ਕਿ ਇਸ ਨੂੰ ਫਾਸਫੋਰਸ ਦੇ ਨਾਲ ਹੀ ਪਲਾਟ ਨੂੰ ਨਾ ਮੁਕੰਮਲ ਕਰਨਾ ਵਾ। ਯੂਰੀਆ ਖਾਦ ਜਿਹੜੀ ਹੈ ਨਾ ਉਹਦੇ ਤੁਸੀਂ ਗਰੇਜ਼ ਕਰਨਾ। ਅਗਰ ਤੁਸੀਂ ਯੂਰੀਆ ਦਿਓਗੇ ਨਾ ਤਾਂ ਤੁਹਾਡਾ ਜਿਹੜਾ ਫਲ ਆ ਇੱਕ ਤਾਂ ਉਸ ਦੀ ਕੁਆਲਿਟੀ 'ਤੇ ਬੁਰਾ ਅਸਰ ਪਏਗਾ, ਫਲ ਵਿਰਲਾ ਹੋਏਗਾ ਕਿਉਂਕਿ ਜਲਦੀ ਤੇਜ਼ ਗਰੋਥ ਰੈਗੂਲੇਟਰ ਇਹ ਖਾਦ ਆ ਅਤੇ ਇਹ ਸਾਡੀ ਮਟਰ ਦੀ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਕਰੇਗੀ। ਕੋਸ਼ਿਸ਼ ਇਹੀ ਕਰਨੀ ਹੈ ਕਿ ਤੁਸੀਂ ਕਿ ਇਸ ਨੂੰ ਫਾਸਫੋਰਸ ਦੇਣੀ ਹੈ। ਔਰ ਫਾਸਫੋਰਸ DAP ਤੋਂ ਸਿਵਾ ਬਾਕੀ ਫਾਸਫੋਰਸ ਜਿਹੜੀ ਆ ਉਹਦੇ ਵਿੱਚ ਵੀ ਤੁਸੀਂ MAP ਵੇਖ ਲਓ, ਯੂਰੀਆ ਫਾਸਫੇਟ, ਉਹਦੇ ਵਿੱਚ ਵੀ ਜਿਹੜੀ ਹੈ ਨਾ ਯੂਰੀਆ ਜ਼ਿਆਦਾ ਵਾ, ਫਾਸਫੋਰਸ ਥੋੜ੍ਹੀ ਆ। ਅਤੇ ਅਗਰ ਤੁਸੀਂ ਨਾਈਟ੍ਰੋਫਾਸ ਦੀ ਗੱਲ ਕਰ ਲਈਏ ਤਾਂ ਉਹ ਵੀ 22 ਆ, ਉਹ ਵੀ ਉਹਦੇ 'ਚ ਵੀ ਨਾਈਟ੍ਰੋਜਨ ਜ਼ਿਆਦਾ। ਅਤੇ ਇਹਦਾ ਮੈਂ ਫੋਕਸ ਕਰਾਂਗਾ ਡਾਈ ਅਮੋਨੀਅਮ ਫਾਸਫੇਟ। ਇਹ ਤੁਸੀਂ DAP 'ਤੇ ਇਸ ਦਾ ਫੋਕਸ ਕਰ ਲਓ। ਇਨਸ਼ਾਅੱਲਾ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਨਾ ਮਾਮਲਾਤ ਜਿਹੜੇ ਆ ਨਾ ਇਸ ਦੀ ਗਰੋਥ ਵਾਲੇ ਔਰ ਇਸ ਦੀ ਜਿਹੜੀ ਫਰੂਟਿੰਗ ਦਾ ਅਮਲ ਹੋਏਗਾ। ਕਿਉਂਕਿ ਸਭ ਤੋਂ ਪਹਿਲੇ ਨਾ ਅਸੀਂ ਇਹਦੀ ਜੜ੍ਹ ਨੂੰ ਮਜ਼ਬੂਤ ਬਣਾਉਣਾ ਵਾ। ਬਿਜਾਈ ਵੇਲੇ ਵੀ ਫਾਸਫੋਰਸ ਦਿੱਤੀ ਆ, ਦੂਸਰੇ ਪਾਣੀ 'ਤੇ ਵੀ ਦਿੱਤੀ ਆ। ਇਹਨੂੰ ਸਿਰਫ ਇਹ 2 ਹੀ ਪਾਣੀ ਲੱਗੇ ਹੋਏ ਆ। ਕਿਉਂ ਰੂਟ ਮੇਕਿੰਗ ਜਿਹੜੀ ਹੈ ਨਾ ਉਹ DAP ਨਾਲ ਹੀ ਬਣਦੀ ਹੈ। ਅਗਰ ਸਾਡੀ ਜੜ੍ਹ ਮਜ਼ਬੂਤ ਹੋਈ ਤਾਂ ਸਾਡਾ ਪੌਦਾ ਵੀ ਮਜ਼ਬੂਤ ਹੋਏਗਾ। ਅੱਗੇ ਆ ਜਾਣੀ ਹੈ ਸ਼ੂਟ ਮੇਕਿੰਗ। ਜਦੋਂ ਸ਼ੂਟ ਮੇਕਿੰਗ ਹੋਈ ਨਾ ਅਸੀਂ ਇਹਦਾ ਕੱਦ ਕਰਾਉਣਾ ਵਾ ਅਤੇ ਫਿਰ ਤੀਸਰਾ ਮਰਹਲਾ ਹੋਣਾ ਫਰੂਟ ਮੇਕਿੰਗ। ਇੱਥੇ ਆ ਕੇ ਨਾ ਅਸੀਂ ਇਹਨੂੰ ਕੋਈ ਅਮਾਈਨੋ ਐਸਿਡ ਦੇ ਸਪਰੇਅ ਕਰ ਲੈਣੇ, ਲੇਕਿਨ ਯੂਰੀਆ ਨਹੀਂ ਪਾਉਣਾ। ਅਸੀਂ ਅਮਾਈਨੋ ਐਸਿਡ ਦੇ ਸਪਰੇਅ ਕਰਕੇ ਇਨਸ਼ਾਅੱਲਾ ਤਾਲਾ ਅਸੀਂ ਇਹਦੀ ਜਿਹੜੀ ਦੂਸਰੀ ਕਮੀ ਹੈ ਨਾ ਇਹ ਫਰੂਟ ਵਾਲੀ ਉਹ ਵੀ ਕਵਰ ਕਰ ਲੈਣੀ ਹੈ। ਅਤੇ ਅਗਰ ਤੁਸੀਂ ਦੇਖਦੇ ਆ ਕਿ ਥੋੜ੍ਹਾ ਜਿਹਾ ਕੋਈ ਤੇਲੇ ਦਾ ਹਮਲਾ ਵਾ ਜਾਂ ਸੁੰਡੀ ਦਾ ਅਟੈਕ ਆ, ਜਿਸ ਤਰ੍ਹਾਂ ਇਹ ਹਲਕਾ ਜਿਹਾ ਹੁਣ ਨਾ ਉੱਤੇ ਕਾਲਾ ਤੇਲਾ ਵਾ ਜਾਂ ਵਾਈਟ ਫਲਾਈ ਹੈ ਇੱਦਾਂ ਦੀ, ਅਤੇ ਫਿਰ ਤੁਸੀਂ ਕੋਈ ਬਹੁਤ ਜ਼ਿਆਦਾ ਖਰਚਾ ਨਹੀਂ ਕਰਨਾ। ਐਮਾਮੈਕਟਨ ਅਤੇ ਲਿਊਫਰਾਨ ਦਾ ਜਿਹੜਾ ਨਾ ਹਲਕਾ ਸਪਰੇਅ ਐਵੇਂ 60 ਤੋਂ 70 ml ਪਾ ਕੇ ਇੱਕ ਕਿੱਲੇ 'ਤੇ ਤੁਸੀਂ 4 ਟੈਂਕੀਆਂ ਲਾ ਦੇਣੀਆਂ। ਲਓ ਜੀ, ਇਹਨਾਂ ਤਰੀਕਿਆਂ 'ਤੇ ਅਮਲ ਪੈਰਾ ਹੋ ਕੇ ਮਟਰ ਦੀ ਇੱਕ ਭਰਪੂਰ ਔਰ ਅੱਛੀ ਪੈਦਾਵਾਰ ਤੁਸੀਂ ਲੈ ਸਕਦੇ ਹੋ।